ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦਿੱਲੀ ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਲਈ ਐਸਡੀਐਮ ਗੁਰਦਾਸਪੁਰ ਮੈਡਮ ਅਮਨਦੀਪ ਕੌਰ ਦੀ ਅਗਵਾਈ 'ਚ ਪਿੰਡ ਥਾਣੇਵਾਲ ਵਿਖੇ ਸ਼ੁਰੂ ਕਰਵਾਏ ਗਏ ਕੰਮਾਂ ਨੂੰ ਕਿਸਾਨ ਜਥੇਬੰਦੀਆਂ ਨੇ ਬੰਦ ਕਰਵਾ ਦਿੱਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕੀਤਾ। ਇਸ ਮੌਕੇ ਸਥਿਤੀ ਤਣਾਅਪੂਰਨ ਹੁੰਦੀ ਦੇਖ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ। ਇਸ ਮੌਕੇ ਐਸਡੀਐਮ ਗੁਰਦਾਸਪੁਰ ਅਤੇ ਕਿਸਾਨ ਜਥੇਬੰਦੀਆਂ ਦਾ ਕੀ ਕੁਝ ਕਹਿਣਾ ਹੈ, ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ। ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤੇ ਰਿੰਕੂ ਰਾਜਾ ਦੀ ਖਾਸ ਰਿਪੋਰਟ। ਜਿਹੜਾ ਇਹਦਾ ਮਾਲਕ ਹੈ ਉਹਦੇ ਨਾਲ ਸਾਡਾ ਮੈਡਮ ਕੋਈ ਝਗੜਾ ਨਹੀਂ। ਜਿਹੜੀਆਂ ਤੁਹਾਡੀਆਂ ਡਿਮਾਂਡਸ ਆ ਨਾ ਸਾਰੀਆਂ ਆਪਾਂ ਪੂਰੀਆਂ ਕੀਤੀਆਂ ਜੀ ਮੈਡਮ। ਹਾਂ, ਜਿਹੜੀ ਤੁਹਾਡੀ ਮੁਆਵਜ਼ੇ ਦੀ ਗੱਲ ਆ ਉਹ ਤੁਸੀਂ ਆਪ ਤਾਂ ਆਏ ਨਹੀਂ ਆਰਬਿਟਰੇਟਰ ਦੇ ਦਫ਼ਤਰ ਪਟੀਸ਼ਨ ਦਾਇਰ ਕਰਨ ਵਾਸਤੇ। ਅਸੀਂ ਤੁਹਾਡੀਆਂ ਤਿਆਰ ਕਰਵਾ ਕੇ ਉੱਥੇ ਦਾਖਲ ਕਰਵਾ ਕੇ ਮੈਡਮ ਡੀਸੀ ਸਾਹਿਬ ਦੇ ਕਹਿਣ ਤੇ ਨਹੀਂ, ਜਿਹੜਾ ਮੁਆਵਜ਼ਾ ਤੁਸੀਂ ਦਿੰਦੇ ਹੋ ਸਾਨੂੰ ਉਹਦਾ ਕ੍ਰਾਈਟੇਰੀਆ ਨਹੀਂ ਸਮਝ ਆਇਆ ਕਿ ਸੜਕ ਤੋਂ ਪਿਛਲੇ ਪਾਸੇ 33 ਲੱਖ ਹੁੰਦਾ। ਅਸੀਂ ਖੁਦ ਨਹੀਂ ਬਣਾਇਆ ਹੋਇਆ, ਉਹ ਬਣਿਆ ਹੋਇਆ ਆਲਰੇਡੀ ਉਹਦੇ ਮੈਡਮ ਬਣੇ ਹੋਏ ਨਾਲ ਅਸੀਂ ਸਹਿਮਤ ਨਹੀਂ ਹੈਗੇ। ਜੇ ਤੁਹਾਨੂੰ ਸਮਝਾਉਣਾ ਮੈਂ ਸਮਝਾ ਦਾਂਗੀ, ਦਫ਼ਤਰ ਆ ਜਾਓ ਤੁਸੀਂ ਆਪੇ ਰੋਡ ਦੀ ਸਮਝਾ ਪਿਛਲੀ ਸਾਈਡ 33 ਲੱਖ ਤੇ ਰੋਡ ਟੱਪ ਹੈ ਜੀ। ਉਹਨਾਂ ਨੇ ਸਾਰੀਆਂ ਪਟੀਸ਼ਨਸ ਤਿਆਰ ਕੀਤੀਆਂ ਤੁਹਾਡੇ ਮੁਆਵਜ਼ੇ ਦੇ ਵਾਅਦੇ ਵਾਸਤੇ ਜੀ। ਉਹ ਸਾਰੀਆਂ ਆਰਬਿਟਰੇਟਰ ਦਫ਼ਤਰ ਦਾਖਲ ਵੀ ਹੋ ਜੀ ਚੁੱਕੀਆਂ ਮੈਮ। ਹੁਣ 30 ਮਈ ਤਾਰੀਖ ਵੀ ਪਈ ਹੋਈ ਹੈ ਜੀ ਮੈਡਮ। ਇਸ ਤੋਂ ਬਾਅਦ ਹੋਰ ਕੀ ਹੋ ਸਕਦਾ ਮੈਡਮ ਉਹਦੇ ਲਈ 30 ਅਗਸਤ ਬਟਾਲਾ ਰੇਲਵੇ ਸਟੇਸ਼ਨ ਤੇ ਟਾਈਮ ਫਿਕਸ ਹੋਇਆ ਜੀ। ਸੈਸ਼ਨ ਕਬਜ਼ਾ ਲੈਣ ਜਾਊਗਾ ਜੀ। ਜੇ ਮੈਡਮ ਅੱਜ 30 ਅਗਸਤ ਆ ਤੇ ਸਾਡੇ ਸਾਰਿਆਂ ਦੇ ਕਿਸਾਨਾਂ ਦੀ ਜੇਬ 'ਚ ਸਾਡਾ ਮੁਆਵਜ਼ਾ ਵੀ ਆ ਗਿਆ, ਅਸੀਂ ਦੋਸ਼ੀ ਹਾਂ ਮੈਡਮ, ਸਾਨੂੰ ਸਜ਼ਾ ਦਿੱਤੀ ਜਾਵੇ। ਜਿਹੜੀ 30 ਅਗਸਤ ਦੀ ਕਮਿਟਮੈਂਟ ਹੈ ਜੀ, ਸਾਨੂੰ ਤਾਂ ਉਸ ਦੇ ਬਾਰੇ ਨਹੀਂ ਜਾਣਕਾਰੀ ਹੈ ਮੈਡਮ ਸਾਨੂੰ ਜਾਣਕਾਰੀ ਕਿਉਂ ਬਟ ਇਹ ਹੈ ਵੀ ਕਿ ਜਿਹੜਾ ਆਰਬਿਟਰੇਟਰ ਦਫ਼ਤਰ ਵਿਖੇ ਜਿਹੜਾ ਪ੍ਰੋਸੀਜਰ ਫੋਲੋ ਹੋਣਾ ਹੈ ਨਾ, ਉਹ ਜੋ ਐਸ ਪਰ ਰੂਲਸ ਉਹਦੇ ਅਕੋਰਡਿੰਗ ਨਹੀਂ ਹੋਣਾ ਤੇ ਬੜਾ ਫਾਸਟ। ਦੂਰ ਸੰਘਰਸ਼ ਕਮੇਟੀ ਪੰਜਾਬ ਹਰਵਿੰਦਰ ਸਿੰਘ ਮਸਾਣੀਆਂ ਇਸ ਸਮੇਂ ਬਿਲਕੁਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਥਾਣੇਵਾਲ ਦੇ ਵਿੱਚ ਖੇਤਾਂ ਦੇ ਵਿੱਚ ਖੜੇ ਆ। ਉਹ ਜ਼ਮੀਨ ਜਿਹੜੀ ਸਰਕਾਰ ਦਾਅਵਾ ਕਰਦੀ ਆ ਕਿ ਅਸੀਂ ਅਕਵਾਇਰ ਕਰ ਲਈ ਆ ਨੈਸ਼ਨਲ ਹਾਈਵੇ ਨੇ, ਉਹਦੇ ਵਿੱਚ ਜਿਹੜਾ ਚੋਰੀ ਦੇ ਆਧਾਰ ਦੇ ਉੱਤੇ ਕਿ ਬਿਲਕੁਲ ਚੋਰੀ ਛੁਪੇ ਜਿਵੇਂ ਕਬਜ਼ਾ ਲੈਂਦੇ ਆ, ਕਦੇ ਕਿਤੇ ਤੇ ਕਦੇ ਕਿਤੇ ਪ੍ਰਸ਼ਾਸਨ ਜਿਹੜਾ ਲੁਕਵੇਂ ਰੂਪ ਦੇ ਵਿੱਚ ਕਬਜ਼ੇ ਲੈਣ ਦੇ ਵਿੱਚ ਜਿਹੜੀ ਕੋਸ਼ਿਸ਼ ਕਰਦਾ ਪਿਆ, ਉੱਦਾਂ ਹੀ ਅੱਜ ਕਬਜ਼ਾ ਜਿਹੜਾ ਪਿੰਡ ਥਾਣੇਵਾਲ ਦੇ ਵਿੱਚ ਮਾਣਯੋਗ ਐਸਡੀਐਮ ਗੁਰਦਾਸਪੁਰ ਨਾਲ ਭਾਰੀ ਪੁਲਿਸ ਪ੍ਰਸ਼ਾਸਨ ਬਲ ਲੈ ਕੇ ਜਿਹੜਾ ਇੱਥੇ ਇਸ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਵਾਸਤੇ ਆਏ ਨੇ। ਅਸੀਂ ਬਿਲਕੁਲ ਇਹ ਗੱਲ ਕਹਿ ਦੇਣੀ ਚਾਹੁੰਦੇ ਹਾਂ ਕਿ ਪਿਛਲੇ ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਦੇ ਵਿੱਚ ਲੱਗੇ 3 ਰੇਲ ਰੋਕੋ ਧਰਨਿਆਂ ਦੇ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ ਜੀ ਵੱਲੋਂ ਸਾਡੇ ਨਾਲ ਜਿਹੜੀ ਕਮਿਟਮੈਂਟ ਹੋਈ ਆ, ਉਹਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋਈ ਆ ਕਿ ਇੱਕਸਾਰ ਮੁਆਵਜ਼ੇ ਕਿਸਾਨਾਂ ਤੱਕ ਪਹੁੰਚਣ ਤੋਂ ਬਾਅਦ ਆਰਬਿਟ੍ਰੇਸ਼ਨ 'ਚ ਲੱਗੇ ਕੇਸਾਂ ਦੇ ਹੱਲ ਹੋਣ ਤੋਂ ਬਾਅਦ 30 ਅਗਸਤ ਤੱਕ ਜਿਹੜਾ ਉਹ ਇਹਦੇ ਉੱਤੇ ਜਿਹੜੀ ਅਗਲੀ ਕਾਰਵਾਈ ਆਰੰਭੀ ਜਾਊਗੀ। ਅੱਜ ਨਾ ਤਾਂ 30 ਅਗਸਤ ਆ, ਨਾ ਆਰਬਿਟ੍ਰੇਸ਼ਨ ਦੇ ਕੋਲ ਸਾਡੇ ਮਸਲਿਆਂ ਦਾ ਹੱਲ ਹੋਇਆ, ਨਾ ਸਾਡੇ ਪਾਣੀ ਦੇ ਖਾਲ ਜਿਹੜੇ ਹਾਈਵੇ ਦੇ ਆਰ-ਪਾਰ ਜਾਣੇ ਨਾ ਉਹਨਾਂ ਦੀ ਕੋਈ ਗੱਲਬਾਤ ਹੋਈ। ਜਿਹੜੇ ਮੋਟਰਾਂ ਦੇ ਕਨੈਕਸ਼ਨ ਆਰ-ਪਾਰ ਜਾਣੇ ਸੀਗੇ ਉਹਦੇ ਬਾਰੇ ਵੀ ਕੋਈ ਵੀ ਗੱਲਬਾਤ ਨਹੀਂ ਹੋਈ। ਸਾਰੇ ਦਾ ਸਾਰਾ ਕੰਮ ਉੱਥੇ ਖੜਾ। ਬਰਸਾਤੀ ਪਾਣੀ ਜਿਹੜਾ ਉਹ ਕਿਵੇਂ ਆਰ-ਪਾਰ ਜਾਣਾ ਉਹਦੇ ਬਾਰੇ ਵੀ ਅਜੇ ਕੋਈ ਗੱਲਬਾਤ ਜਿਹੜੀ ਆ ਸਰਕਾਰ ਨੇ ਸਾਡੇ ਨਾਲ ਨਹੀਂ ਰੱਖੀ। ਸਵਾਲ ਬੜਾ ਸਾਰਥਕ ਆ। ਕਿਸਾਨ ਭਾਵੇਂ ਲਿਖਤੀ ਰੂਪ 'ਚ ਦਵੇ ਤੇ ਭਾਵੇਂ ਪੈਸੇ ਲਾ ਲਵੇ, ਅਸੀਂ ਕਦੇ ਵੀ ਕਿਸਾਨ ਦੇ ਨਾਲ ਨਹੀਂ ਲੜਿਆ। ਅੱਜ ਇਹ ਜ਼ਮੀਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਆ, ਉਹ ਭਾਰਤ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੇ ਅਫਸਰ ਇਹਦੇ ਕਾਬਜ਼ ਦੇ ਇਹਦੇ ਮਾਲਕ ਆਪਣੇ ਆਪ ਨੂੰ ਕਹਿੰਦੇ ਨੇ। ਸਾਡੀ ਲੜਾਈ ਸਰਕਾਰ ਨਾਲ ਆ। ਮੈਂ 2 ਵਾਰੀ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਸਾਡੀ ਲੜਾਈ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨਾਲ ਇੱਕਸਾਰ ਮੁਆਵਜ਼ੇ ਨੂੰ ਲੈ ਕੇ ਤੇ ਸਾਡੀਆਂ ਸਹੂਲਤਾਂ ਜਿਹੜੀਆਂ ਨੈਸ਼ਨਲ ਹਾਈਵੇ ਤੋਂ ਸਾਨੂੰ ਮਿਲਣੀਆਂ ਉਹ ਜਿੰਨੀ ਦੇਰ ਤੱਕ ਨਹੀਂ ਮਿਲਦੀਆਂ ਅਸੀਂ ਉਹਨਾਂ ਨਾਲ ਲੜ ਰਹੇ ਹਾਂ। ਸਾਡਾ ਮਾਲਕੀ ਹੱਕ ਜਿਹੜਾ ਕਿਸਾਨੀ ਦਾ ਉਹਦੇ ਨਾਲ ਸਾਡਾ ਕੋਈ ਝਗੜਾ ਨਹੀਂ। ਇਹ ਗੱਲ ਹੈ, ਦੇਸ਼ ਵਿਕਾਸ ਦੀ ਲਹਿਰ ਦੇ ਵਿੱਚ ਜਾ ਰਿਹਾ। ਜਥੇਬੰਦੀ ਕਦੇ ਵੀ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਨਹੀਂ ਬਣੀ। ਅਸੀਂ ਨੈਸ਼ਨਲ ਹਾਈਵੇ ਤੋਂ ਇਹ ਕੋਈ ਵੱਡੀ ਮੰਗ ਨਹੀਂ ਰੱਖਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਰਸਤੇ ਬੰਦ ਹੁੰਦੇ ਪਏ ਨੇ, ਜ਼ਮੀਨਾਂ ਨੂੰ ਆਰ-ਪਾਰ ਜਾਣ ਦੇ ਲਈ ਰਸਤੇ ਦੇ ਦਿੱਤੇ ਜਾਣ। ਜਿਨ੍ਹਾਂ ਲੋਕਾਂ ਦੇ ਪਾਣੀ ਦੇ ਖਾਲ ਜਿਹੜੇ ਨੇ ਉਹ ਹਾਈਵੇ ਦੇ ਕਰਕੇ ਬੰਦ ਹੋ ਜਾਣੇ ਆ, ਉਹਨਾਂ ਨੂੰ ਅੰਡਰਗਰਾਊਂਡ ਪਾਣੀ ਦੀ ਸਹੂਲਤ ਦੇ ਦਿੱਤੀ ਜਾਵੇ। ਜਿਨ੍ਹਾਂ ਦੇ ਟਿਊਬਵੈੱਲ ਕਨੈਕਸ਼ਨ ਆਰ-ਪਾਰ ਹੋਣ ਕਰਕੇ ਟੁੱਟ ਜਾਣੇ ਨੇ, ਮੋਟਰਾਂ ਦੂਸਰੇ ਪਾਸੇ ਰਹਿ ਜਾਣੀਆਂ ਨੇ, ਉਹਨਾਂ ਜ਼ਮੀਨਾਂ ਦੇ ਵਾਸਤੇ ਟਿਊਬਵੈੱਲ ਕਨੈਕਸ਼ਨ ਮੁਹੱਈਆ ਕਰਵਾਈ ਜਾਣ। ਜਿਹੜੀ ਕੋਈ 2, 3, 4 ਮਰਲੇ ਜ਼ਮੀਨ ਜਿਹੜੀ ਉਹ ਹਾਈਵੇ ਦੀ ਕਟਾਈ ਕਰਨ ਤਿਰਛੇ ਰੂਪ ਦੇ ਵਿੱਚ ਪਰਲੇ ਪਾਸੇ ਜਾਂਦੀ ਆ, ਉਹ ਕਿਸੇ ਵੀ ਉਪਯੋਗ 'ਚ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ ਕਿ ਨੈਸ਼ਨਲ ਹਾਈਵੇ ਉਹਨੂੰ ਐਕਵਾਇਰ ਕਰਕੇ ਉਹਦੇ ਸਹੀ ਮੁਆਵਜ਼ੇ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਦੇਵੇ ਤੇ ਇੱਕਸਾਰ ਮੁਆਵਜ਼ਾ ਦੇਵੇ ਜੀ। ਇਹ ਗਲਤ ਗੱਲ ਆ ਕਿ ਮੁੱਦਾ ਸਾਡਾ ਇਹ ਰਿਹਾ ਕਿ ਅਵਾਰਡ ਇੱਕਸਾਰ ਕੀਤੇ ਜਾਣ। ਮੈਂ ਹੁਣ ਵੀ ਇਹ ਗੱਲ ਕਹਿਣਾ, ਅਵਾਰਡ ਇੱਕਸਾਰ ਕਰਕੇ ਕਿਸਾਨਾਂ ਤੱਕ ਪਹੁੰਚਦੇ ਕੀਤੇ ਜਾਣ। ਕੇਵਲ ਕਾਗਜ਼ੀ ਉਹਨਾਂ ਨੂੰ
ਇੱਕ ਇਨਵੈਲਪ ਦੇ ਰੂਪ ਦੇ ਵਿੱਚ ਬੰਦ ਕਰਕੇ ਜਥੇਬੰਦੀ ਨੂੰ ਦਿਖਾ ਕੇ ਜਾਂ ਅਖਬਾਰਾਂ ਦੇ ਵਿੱਚ ਸ਼ੋਹਰਤ ਖੱਟ ਕੇ ਕਿ ਇੰਨੀ ਐਨਹਾਂਸਮੈਂਟ ਇੰਨੇ ਪਿੰਡਾਂ ਦੀ ਹੋ ਗਈ ਤੇ ਉਸ ਤੋਂ ਅੱਗੇ ਕੁਝ ਵੀ ਨਾ ਚੱਲਣਾ ਮੰਦਭਾਗਾ। ਜਦੋਂ ਇਹ ਬਿਲਕੁਲ ਅਮਲੀ ਰੂਪ ਦੇ ਵਿੱਚ ਜ਼ਮੀਨੀ ਪੱਧਰ ਤੇ ਕਿਸਾਨ ਦੀ ਪਹੁੰਚ ਤੱਕ, ਮਜ਼ਦੂਰ ਦੀ ਪਹੁੰਚ ਤੱਕ ਹੋ ਜਾਵੇਗਾ, ਇਹਨਾਂ ਕਬਜ਼ਿਆਂ ਨੂੰ ਬਿਲਕੁਲ ਕੋਈ ਅੜਚਨ ਨਹੀਂ ਰਹੇਗੀ। ਹੁਣ ਜਥੇਬੰਦੀ ਦਾ ਕੀ ਫੈਸਲਾ ਜੀ? ਕਦੋਂ ਤੱਕ? ਜਥੇਬੰਦੀ ਬਿਲਕੁਲ ਇੱਥੇ ਲੰਮੇ ਸਮੇਂ ਦੀ ਲੰਮੇਰੀ ਸੋਚ ਦੇ ਨਾਲ ਅੱਜ ਪਿੰਡ ਠਾਣੇਵਾਲ ਦੇ ਵਿੱਚ ਆ ਕੇ ਜਿੱਥੇ ਕਬਜ਼ਾ ਪ੍ਰਸ਼ਾਸਨ ਆਪਣੇ ਬਲ ਦੇ ਨਾਲ ਲੈਣ ਦੀ ਕੋਸ਼ਿਸ਼ ਕਰਦਾ ਪਿਆ, ਰੁਕਿਆ। ਅਗਲੀ ਰਣਨੀਤੀ ਅਗਲੇ ਫੈਸਲੇ ਤੇ ਆਧਾਰਿਤ ਹੁੰਦੀ ਆ। ਜਿਵੇਂ ਦਾ ਫੈਸਲਾ ਹੋਏਗਾ ਉਦਾਂ ਦੀ ਰਣਨੀਤੀ ਤੇ ਚੱਲਾਂਗੇ ਜੀ। ਅਸੀਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦਾ ਜਿਹੜਾ ਪ੍ਰੋਜੈਕਟ ਆ ਨਾ, ਉਹਦੇ ਰਿਗਾਰਡਿੰਗ ਇਸ ਪਿੰਡ ਦੀ ਜਿਹੜੀ ਜ਼ਮੀਨ ਹੈ ਉਹਦਾ ਅਸੀਂ ਪੋਜੈਸ਼ਨ ਆਲਰੇਡੀ ਲੈ ਚੁੱਕੇ ਹਾਂ। ਤੇ ਜਿਹੜਾ ਜ਼ਿਮੀਂਦਾਰ ਵੀ ਸੀ, ਕਿਸਾਨ ਜਿਸ ਦੀ ਇਹ ਜ਼ਮੀਨ ਹੈ, ਉਹਨਾਂ ਨੇ ਆਪਣੀ ਮਰਜ਼ੀ ਨਾਲ ਜ਼ਮੀਨ ਦਿੱਤੀ ਹੈ ਤੇ ਮੁਆਵਜ਼ਾ ਵੀ ਲੈ ਲਿਆ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਕਿਸਾਨ ਹੈ, ਜਿਹੜਾ ਮਾਲਕ ਆ, ਉਹ ਰਾਜ਼ੀ ਹੈ, ਪ੍ਰਸ਼ਾਸਨ ਦੇ ਨਾਲ ਵੀ ਸਹਿਮਤ ਹੈ, ਨੈਸ਼ਨਲ ਹਾਈਵੇ ਦੇ ਨਾਲ ਵੀ ਸਹਿਮਤ ਹੈ ਕਿ ਇੱਥੇ ਆ ਕੇ ਕੰਮ ਕਰੋ। ਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਜਿਨ੍ਹਾਂ ਦੇ ਮੈਂਬਰਸ ਦੀ ਜ਼ਮੀਨ ਵੀ ਨਹੀਂ ਹੈ, ਉਹ ਸਾਡਾ ਇੱਥੇ ਆ ਕੇ ਕੰਮ ਰੋਕ ਰਹੇ ਆ। ਮੇਨ ਉਹਨਾਂ ਦੇ ਉਹੀ ਜਿਹੇ ਮਸਲੇ ਹੈਗੇ ਨੇ ਜਿਹੜੇ ਕਿ 1 ਸਾਲ ਪਹਿਲਾਂ ਸੀਗੇ ਕਿ ਸਾਡਾ ਜਿਹੜਾ ਮੁਆਵਜ਼ਾ ਹੈਗਾ ਜ਼ਮੀਨਾਂ ਦਾ ਉਹ ਵਧਾਇਆ ਜਾਵੇਗਾ। ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਜਿਹੜਾ ਮੁਆਵਜ਼ੇ ਦਾ ਵਾਅਦਾ ਇਹ ਹੁਣ ਮਾਨਯੋਗ ਆਰਬੀਟ੍ਰੇਟਰ ਜਿਹਦਾ ਦਫ਼ਤਰ ਵਿਖੇ ਹੀ ਹੋਣਾ, ਉਹਨਾਂ ਦੀ ਕੋਰਟ ਵਿੱਚ ਹੀ, ਤੇ ਇਹ ਪ੍ਰਸ਼ਾਸਨ ਨੇ ਆਪਣੇ ਐਫਰਟਸ ਦੇ ਨਾਲ 120 ਦੇ ਕਰੀਬ ਪਟੀਸ਼ਨਸ ਹੁੰਦੀਆਂ ਨੇ ਮੁਆਵਜ਼ੇ ਦੇ ਵਾਧੇ ਵਾਸਤੇ, ਉਸੇ ਆਰਬੀਟ੍ਰੇਟਰ ਦੇ ਦਫ਼ਤਰ ਵਿਖੇ ਵੀ ਦਾਇਰ ਕਰ ਦਿੱਤੀਆਂ ਤੇ ਉਹਦੀਆਂ ਹੁਣ ਅਗਾਂਹ ਤਰੀਕਾਂ ਵੀ ਪੈ ਰਹੀਆਂ ਨੇ। ਕੁਝ ਪਟੀਸ਼ਨਸ ਸੀਗੀਆਂ ਬਟਾਲਾ ਸਾਈਡ ਦੀਆਂ, ਉਸ ਦਾ ਫੈਸਲਾ ਵੀ ਹੋ ਗਿਆ। ਪਰ ਸਾਡੇ ਜਿਹੜੇ ਕਿਸਾਨ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਇਹਨਾਂ ਨੇ ਆਪਣੀ ਇਹ ਜ਼ਿੱਦ ਫੜੀ ਹੋਈ ਹੈ ਕਿ ਜਦ ਤੱਕ ਇਹ ਵਧੇ ਹੋਏ ਮੁਆਵਜ਼ੇ ਦੀ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪੈ ਜਾਏਗੀ, ਉਦੋਂ ਤੱਕ ਉਹ ਮੁਆਵਜ਼ਾ ਨਹੀਂ ਦੇਣਗੇ। ਸਾਡਾ ਅਗਲਾ ਕਦਮ ਇਹੀ ਹੈ ਕਿ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਆਰਾਮ ਦੇ ਨਾਲ ਸਮਝਾਈਏ, ਬਟ ਇਹ ਹਾਲੇ ਤੱਕ ਇਹ ਸਮਝ ਨਹੀਂ ਰਹੇ ਹੈਗੇ। ਸੋ ਜੋ ਵੀ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਜੋ ਫੈਸਲਾ ਹੋਏਗਾ ਉਹ ਅਸੀਂ ਫੀਲਡ ਵਿੱਚ ਲਾਗੂ ਕਰਾਂਗੇ। ਉਹਨਾਂ ਨੇ ਰੋਕਿਆ ਜੀ, ਜਬਰੀ ਸੀ ਰੋਕਿਆ? ਹਾਂ, ਜਬਰੀ ਰੋਕਿਆ। ਉਹਨਾਂ ਦੀ ਕੋਈ ਮਾਲਕੀ ਨਹੀਂ ਹੈਗੀ। ਇਨਫੈਕਟ ਬਹੁਤ ਸਾਰੇ ਕਿਸਾਨ ਸਾਡੇ ਗੁਰਦਾਸਪੁਰ ਦੇ ਪਿੰਡਾਂ ਦੇ ਵੀ ਨਹੀਂ ਹੈਗੇ, ਸਬ ਡਿਵੀਜ਼ਨ ਦੇ। ਇਹ ਵੱਖ-ਵੱਖ ਜਿਵੇਂ ਸ਼੍ਰੀ ਹਰਗੋਬਿੰਦਪੁਰ ਤੋਂ ਉਸ ਸਾਈਡ ਤੋਂ ਆਏ। ਤਾਂ ਅਫਕੋਰਸ ਜੇ ਨਹੀਂ ਹੋਇਆ ਤਾਂ ਫਿਰ ਸਖਤ ਕਦਮ ਚੱਕਿਆ ਜਾਣਾ ਪਏਗਾ। ਹੁਣ ਦੇਖੋ, ਸਾਡੇ ਡੀਸੀ ਸਾਹਿਬ ਨੇ ਇੰਨੇ ਐਫਰਟਸ ਦੇ ਨਾਲ ਮਾਨਯੋਗ ਆਰਬੀਟ੍ਰੇਟਰ ਦੇ ਦਫ਼ਤਰ ਵਿਖੋਂ ਇਹ ਅਵਾਰਡ ਕਰਵਾਇਆ ਸੀਗਾ ਬਟਾਲਾ ਦਾ। ਬਟ ਹੁਣ ਗੱਲ ਇਹ ਹੈ ਕਿ ਜਿਹੜੇ ਸਾਡੇ ਫਾਰਮਰਸ ਆ, ਉਹਨਾਂ ਦਾ ਕੀ ਸਹਿਯੋਗ ਹੈ ਪ੍ਰਸ਼ਾਸਨ ਨੂੰ? ਅਵਾਰਡ ਵੀ ਹੋ ਗਿਆ। ਹੁਣ ਪਹਿਲਾਂ ਉਹਨਾਂ ਦੀ ਇਹ ਸ਼ਰਤ ਸੀ ਕਿ ਸਾਡਾ ਅਵਾਰਡ ਕਰਵਾਓ, ਹੁਣ ਉਹ ਇਹ ਸ਼ਰਤ ਰੱਖ ਰਹੇ ਕਿ ਸਾਡਾ ਅਵਾਰਡ ਦੀ ਜਿਹੜੀ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਓ। ਇਹ ਵੀ ਪੂਰੀ ਹੋ ਜਾਏਗੀ, ਇਹ ਫਿਰ ਅਗਾਂਹ ਇੱਕ ਹੋਰ ਸ਼ਰਤ ਰੱਖ ਦੇਣਗੇ। ਸੋ ਇਹ ਹਾਂ, ਸਾਡੇ ਵੱਲੋਂ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਧੱਕੇਬਾਜ਼ੀ ਨਹੀਂ ਕੀਤੀ ਜਾ ਰਹੀ। ਬਟ ਲੋੜ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਸ ਨੂੰ ਵੀ ਸਮਝਣ ਦੀ ਕਿ ਪ੍ਰਸ਼ਾਸਨ ਉਹਨਾਂ ਦਾ ਸਾਥ ਦੇ ਰਿਹਾ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਚਲੋ ਠੀਕ ਹੈ, ਜਿਹੜੀ ਜਾਇਜ਼ ਆ ਉਹ ਪੂਰੀ ਹੋ ਵੀ ਰਹੀਆਂ ਨੇ। ਕੰਮ ਰੋਕਿਆ ਹੋਇਆ ਫਿਲਹਾਲ, ਬਟ ਸਾਡੀ ਕੋਸ਼ਿਸ਼ ਰਹੇਗੀ ਕਿ ਆਪਾਂ ਇਹਨੂੰ ਸ਼ੁਰੂ ਕਰਵਾਈਏ ਕੰਮ। ਠੀਕ ਹੈ, ਥੈਂਕ ਯੂ।